ਦ ਸਿੱਖ ਵਿਊ ਪੁਆਇੰਟ ਚੈਨਲ ਨਾਲ ਜੁੜਨ ਵਾਲੇ ਦਰਸ਼ਕਾਂ ਦਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘੂ ਬਾਰਡਰ ਉੱਤੇ ਨਿਹੰਗ ਸਿੰਘਾਂ ਵੱਲੋਂ ਬੇਅਦਬੀ ਦੀ ਕੋਸ਼ਿਸ਼ ਕਰ ਰਹੇ ਇੱਕ ਵਿਅਕਤੀ ਨੂੰ ਫੜ ਕੇ ਸਜ਼ਾ ਦੇਣ ਦਾ ਮਾਮਲਾ ਸਮਾਜ ਦੇ ਵਿੱਚ ਤਕੜੀ ਚਰਚਾ ਦਾ ਵਿਸ਼ਾ ਬਣਾ ਹੋਇਆ ਹੈ। ਜਿਹੜੇ ਭਾਰਤ ਦੇ ਸਾਰੇ ਨੈਸ਼ਨਲ ਚੈਨਲ ਹੈ ਜਾਂ ਅਖਬਾਰਾਂ ਨੂੰ, ਉਹਨਾਂ ਨੇ ਇਸ ਮਸਲੇ ਨੂੰ ਕਿਸ ਕਿਸਮ ਦਾ ਐਂਗਲ ਦਿੱਤਾ ਹੈ ਉਹ ਵੀ ਦੇਖਣ ਵਾਲਾ ਹੈ, ਤੇ ਸਿੱਖ ਸਮਾਜ ਅੰਦਰ ਇਸ ਮਸਲੇ ਦੇ ਉੱਤੇ ਕਿਸ ਕਿਸਮ ਦੇ ਵਿਚਾਰ ਪਾਏ ਜਾ ਰਹੇ ਨੇ ਉਹ ਵੀ ਵੇਖਣ ਵਾਲੀ ਗੱਲ ਹੈ। ਸੋ ਇੱਕ ਗੱਲ ਜਿਹੜੀ ਹੁਣ ਤੱਕ ਸਾਫ਼ ਹੋ ਚੁੱਕੀ ਹੈ ਉਹ ਇਹ ਹੈ ਕਿ ਜਿਹੜੇ ਬੰਦਿਆਂ ਦੀ ਗੁਰੂ ਦੇ ਵਿੱਚ ਅਟੁੱਟ ਸ਼ਰਧਾ ਹੈ ਤੇ ਸਤਿਕਾਰ ਹੈ ਮਨਾਂ ਦੇ ਵਿੱਚ, ਤੇ ਉਹਨਾਂ ਦੇ ਮਨਾਂ 'ਚ ਪਿਛਲੇ ਕਾਫੀ ਲੰਮੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਬਾਰੇ ਬਹੁਤ ਤਿੱਖਾ ਰੋਸ ਸੀ। ਤੇ ਖਾਸ ਕਰਕੇ ਕਿਸੇ ਵੀ ਘਟਨਾ ਦੇ ਵਿੱਚ ਜਿਹੜਾ ਦੋਸ਼ੀ ਹੈ ਉਹ ਫੜੇ ਵੀ ਜਾਂਦੇ ਸੀਗੇ, ਉਹਨਾਂ ਦੀ ਪਛਾਣ ਵੀ ਹੋ ਜਾਂਦੀ ਸੀ, ਪਰ ਕਿਸੇ ਨੂੰ ਵੀ ਕਿਤੇ ਕੋਈ ਸਜ਼ਾ ਨਹੀਂ ਮਿਲੀ। ਤਾਂ ਉਸ ਗੱਲ ਦੇ ਉੱਤੋਂ ਵੀ ਇੱਕ ਕੌਮ ਦੇ ਵਿੱਚ ਬਹੁਤ ਜ਼ਿਆਦਾ ਨਿਰਾਸ਼ਤਾ ਪਈ ਸੀ ਕਿ ਇਹ ਜਿਹੜਾ ਹੈਗੀਆਂ ਅਦਾਲਤਾਂ ਜਾਂ ਜਿਹੜਾ ਮੌਜੂਦਾ ਸਿਸਟਮ ਹੈ ਉਹਦੇ ਵਿੱਚ ਇਹਨਾਂ ਅਜਿਹੇ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾ ਸਕਦੀ। ਇਸ ਕਰਕੇ ਇਸ ਸਜ਼ਾ ਦਾ ਗਾਹਾਂ ਮਤਲਬ ਕਿਸ ਤਰ੍ਹਾਂ ਸਜ਼ਾ ਦਿੱਤੀ ਜਾਵੇ, ਇਸ ਵਰਤਾਰੇ ਨੂੰ ਕਿਵੇਂ ਠੱਲ ਪਾਈ ਜਾਵੇ, ਇਹ ਪਿਛਲੇ ਕਾਫੀ ਮਹੀਨਿਆਂ ਤੋਂ ਤਾਂ ਖਾਸ ਕਰਕੇ ਸਿੱਖ ਮਨਾਂ ਦੇ ਵਿੱਚ ਇੱਕ ਲਗਾਤਾਰ ਚਿੰਤਾ ਦਾ ਤੇ ਡਿਸਕਸ਼ਨ ਦਾ, ਵਿਚਾਰ ਚਰਚਾ ਦਾ ਮਸਲਾ ਬਣਿਆ ਹੋਇਆ ਸੀਗਾ ਤੇ ਉਹ ਚੱਲ ਰਿਹਾ ਸੀ, ਜਿਹਦੇ ਵਿੱਚੋਂ ਇਹ ਘਟਨਾ ਵਾਪਰੀ ਹੈ। ਸੋ ਜਿਹੜਾ ਇਹ ਵਰਗ ਹੈ ਸਿੱਖਾਂ ਦਾ, ਜਿਹੜਾ ਇਸ ਮਸਲੇ ਦੇ ਉੱਤੇ ਬਹੁਤ ਜ਼ਿਆਦਾ ਕੰਸਰਨਡ ਸੀ, ਚਿੰਤਤ ਸੀ, ਡਿਸਟਰਬਡ ਸੀ, ਬੇਚੈਨ ਸੀ, ਉਹਨਾਂ ਨੇ ਇਸ ਘਟਨਾ ਨਾਲ ਇੱਕ ਵਾਰ ਤਾਂ ਤਸੱਲੀ, ਜਿਵੇਂ ਆਪਦੇ ਆਪ ਨੂੰ ਸੁੱਖ ਦਾ ਸਾਹ ਆਇਆ ਹੁੰਦਾ ਹੈ ਕਿ ਚਲੋ ਕੁਛ ਤਾਂ ਹੋਇਆ, ਕਿ ਅੱਗੇ ਤੋਂ ਫਿਰ ਜੇ ਇਸ ਤਰ੍ਹਾਂ ਦੀਆਂ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ ਤਾਂ ਇਹੋ ਜਿਹੇ ਵਰਤਾਰੇ ਨੂੰ ਠੱਲ ਪਾਈ ਜਾ ਸਕਦੀ ਹੈ। ਸੋ ਇਸ ਵਰਗ 'ਚ ਕੁੱਲ ਮਿਲਾ ਕੇ ਖੁਸ਼ੀ ਤੇ ਤਸੱਲੀ ਦਾ ਰੌਂ ਉਹ ਪ੍ਰਗਟ ਹੋ ਰਿਹਾ ਹੈ। ਪਰ ਦੂਜੇ ਪਾਸੇ ਜੇ ਦੇਸ਼ ਦੀ ਪ੍ਰੈਸ ਨੂੰ ਦੇਖੀਏ ਸਾਰੀ ਨੂੰ, ਭਾਵੇਂ ਚੈਨਲ ਨੂੰ, ਭਾਵੇਂ ਅਖਬਾਰ ਹੈ, ਉਹ ਇਹਨੂੰ ਜਿਸ ਕਿਸਮ ਦਾ ਰੂਪ ਦੇ ਕੇ ਪੇਸ਼ ਕਰ ਰਹੇ, ਕਿਉਂਕਿ ਬਹੁਤੇ ਅਖਬਾਰਾਂ ਨੇ ਇਹਨੂੰ ਇੱਕ ਸ਼ਬਦ ਵਰਤਿਆ ਲਿੰਚਿੰਗ। ਇਹ ਹੁਣ ਲਿੰਚਿੰਗ ਦਾ ਜਿਹੜਾ ਸ਼ਬਦ ਹੈ ਇਸ ਘਟਨਾ ਦੇ ਉੱਤੇ, ਇਸ ਘਟਨਾ ਨੂੰ ਤੁਸੀਂ ਲਿੰਚਿੰਗ ਕਹਿਣਾ, ਇਸ ਦਾ ਕਈ ਵਾਰ ਸਾਡੇ ਜਿਹੜੇ ਈਵਨ ਸਿੱਖ ਵੀ ਹੈ ਤੇ ਜਿਹਨਾਂ ਦਾ ਗੁਰੂ ਦੇ ਵਿੱਚ ਸਤਿਕਾਰ ਵੀ ਹੈ ਤੇ ਬਾਕੀ ਉਹ ਚਾਹੁੰਦੇ ਸੀ ਕਿ ਕੁਛ ਇਸ ਗੱਲ ਨੂੰ ਠੱਲ ਪਵੇ, ਉਹਨਾਂ ਨੂੰ ਵੀ ਪਤਾ ਨਹੀਂ ਕਿ ਸ਼ਾਇਦ ਇਹ ਲਿੰਚਿੰਗ ਦਾ ਮਤਲਬ ਕੀ ਹੈ। ਕਿਉਂਕਿ ਜੇ ਅਸੀਂ ਹਿਸਟੋਰੀਕਲੀ ਦੇਖੀਏ ਤਾਂ ਜਿਹੜਾ ਲਿੰਚਿੰਗ ਦਾ ਸ਼ਬਦ ਆਇਆ ਇਹ ਅਮਰੀਕਾ ਤੋਂ ਆਇਆ। ਇਹ 100-150 ਸਾਲ ਪੁਰਾਣੀ ਗੱਲ, ਜਦੋਂ ਉੱਥੇ ਗੁਲਾਮਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਸੀ ਜਾਂ ਉਹਨਾਂ ਦੀਆਂ ਲਾਸ਼ਾਂ ਦਰਖਤਾਂ 'ਤੇ ਟੰਗ ਦਿੱਤੀਆਂ ਜਾਂਦੀਆਂ ਸੀ, ਉੱਥੋਂ ਇਹ ਸ਼ਬਦ ਚੱਲਿਆ। ਤੇ ਇਹਨੂੰ ਲਿੰਚਿੰਗ ਨੂੰ ਕ੍ਰਿਊਅਲਿਟੀ ਨਾਲ, ਵਹਿਸ਼ੀਪੁਣੇ ਨਾਲ ਤੁਲਨਾ ਦਿੱਤੀ ਜਾਂਦੀ ਹੈ। ਹੁਣ ਉੱਥੇ ਜਿਹੜਾ ਕਾਲੇ ਲੋਕਾਂ ਦਾ ਮਾਮਲਾ ਸੀ ਉਹ ਇੱਕ ਮਜ਼ਲੂਮ ਵਰਗ ਸੀਗਾ, ਤੇ ਜਿਹੜੇ ਗੋਰੇ ਸੀਗੇ ਉਹ ਸੀਗੇ ਹਾਕਮ ਵਰਗ, ਜਿਨ੍ਹਾਂ ਕੋਲ ਉਹ ਸਤਾਵਾਨ ਵਰਗ। ਸੋ ਕਾਲੇ ਲੋਕਾਂ ਨੂੰ ਦਬਾ ਕੇ ਰੱਖਣ ਵਾਸਤੇ, ਉਹਨਾਂ ਦੇ ਮਨਾਂ 'ਚ ਭੈ ਪੈਦਾ ਕਰਨ ਵਾਸਤੇ ਤੇ ਆਪਦੀ ਤਾਕਤ ਦੀ ਦਹਿਸ਼ਤ ਪਾਉਣ ਵਾਸਤੇ ਉਹ ਉਹਨਾਂ ਦੇ ਉੱਤੇ ਇਸ ਕਿਸਮ ਦੇ ਜ਼ੁਲਮ ਕਰਦੇ ਸੀ। ਜਾਂ ਤਾਂ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਸੀ ਤੇ ਫਿਰ ਉਹਨਾਂ ਦੀਆਂ ਲਾਸ਼ਾਂ ਨੂੰ ਦੂਜਿਆਂ ਨੂੰ ਸਬਕ ਸਿਖਾਉਣ ਵਾਸਤੇ ਦਰਖਤਾਂ ਦੇ ਨਾਲ ਟੰਗ ਦਿੱਤਾ ਜਾਂਦਾ ਸੀ। ਸੋ ਇਹ ਜਿਹੜੀ ਸ਼ਬਦ ਜਿਹੜਾ ਲਿੰਚਿੰਗ ਦਾ ਇਹ ਚੱਲਿਆ ਉੱਥੋਂ ਹੈ। ਸੋ ਦੇਖਣ ਵਾਲੀ ਇੱਥੇ ਗੱਲ ਇਹ ਹੈ ਕਿ ਉਸ ਦਾ ਕੰਟੈਕਸਟ ਕੀ ਹੈ, ਕਿ ਇੱਕ ਸਮਾਜ ਦਾ ਮਜ਼ਲੂਮ ਵਰਗ ਹੈ ਤੇ ਇੱਕ ਹੈਗਾ ਜ਼ੁਲਮ ਕਰਨ ਵਾਲਾ ਵਰਗ, ਜਿਹਦੇ ਹੱਥ 'ਚ ਸਤਾ ਵੀ ਹੈ ਤੇ ਜਿਹਦੇ ਮਨ 'ਚ ਆਪਦੀ ਨਸਲ ਦਾ ਹੰਕਾਰ ਵੀ ਹੈ। ਸੋ ਉਹ ਦੂਜੇ ਲੋਕਾਂ ਨੂੰ ਇੱਕ ਨਫ਼ਰਤ ਵਿੱਚੋਂ ਆਪਦੇ ਜ਼ੁਲਮ ਦਾ ਸ਼ਿਕਾਰ ਬਣਾਉਂਦਾ ਇਸ ਤਰੀਕੇ ਨਾਲ। ਸੋ ਇਹ ਲਿੰਚਿੰਗ ਸ਼ਬਦ ਇਸ ਤਰ੍ਹਾਂ ਸਾਡੀ ਵੋਕੈਬਲਰੀ ਦੇ ਵਿੱਚ, ਸ਼ਬਦਾਵਲੀ ਦੇ ਵਿੱਚ ਆਇਆ। ਤੇ ਫਿਰ ਉਸ ਤੋਂ ਬਾਅਦ ਜਦੋਂ ਇਹਦੀ ਜ਼ਿਆਦਾ ਵਰਤੋਂ ਹੋਈ ਜਾਂ ਇਹਦੀ ਗੱਲ ਵੱਧ ਸਮਝ ਆਈ, ਉਹ ਉਦੋਂ ਆਇਆ ਜਦੋਂ ਹਿੰਦੂ ਤਵੀਆਂ ਨੇ, ਜਦੋਂ ਮੋਦੀ ਤਾਕਤ ਵਿੱਚ ਆਇਆ 2014 'ਚ, ਉਦੋਂ ਬਾਅਦ ਜਿਸ ਤਰ੍ਹਾਂ ਮੁਸਲਮਾਨਾਂ ਨੂੰ ਜਗ੍ਹਾ ਜਗ੍ਹਾ ਜਲੀਲ ਕਰਕੇ ਕੁੱਟ-ਕੁੱਟ ਕੇ ਭੀੜਾਂ ਨੇ ਮਾਰਿਆ, ਹਜੂਮਾਂ ਨੇ ਮਾਰਿਆ। ਸੋ ਉੱਥੇ ਫਿਰ ਇਹਨੂੰ ਲਿੰਚਿੰਗ ਦਾ ਸ਼ਬਦ ਵਰਤਿਆ ਗਿਆ।
ਹੁਣ ਉੱਥੇ ਇਹ ਸ਼ਬਦ ਬਿਲਕੁਲ ਢੁਕਵਾਂ ਹੈ, ਕਿਉਂਕਿ ਜਿਹੜੇ ਮੁਸਲਮਾਨ ਹੈ ਉਹ ਇੱਕ ਘੱਟ ਗਿਣਤੀ ਹੈ, ਮਜਲੂਮ ਵਰਗ ਹੈ, ਤੇ ਜਿਹੜੇ ਹਿੰਦੂ ਤਵੀ ਹੈ ਉਹ ਬਹੁ ਗਿਣਤੀ ਹਿੰਦੂ ਵਰਗ ਦੇ ਹੰਕਾਰ ਨੂੰ ਦੀ ਤਰਜਮਾਨੀ ਕਰਦੇ ਹੈ, ਤੇ ਉਹ ਇੱਕ ਜਾਬਰ ਵਰਗ ਹੈ, ਤੇ ਜਿਹੜੇ ਮੁਸਲਮਾਨ ਹੈ ਉਹ ਇੱਕ ਮਜਲੂਮ ਵਰਗ ਹੈ। ਸੋ ਮੈਜੋਰਟੀ ਵੱਲੋਂ ਆਪਦੀ ਬਹੁ ਗਿਣਤੀ ਤੇ ਆਪਦੇ ਹੰਕਾਰ ਤੇ ਇੱਕ ਨਫ਼ਰਤ, ਜਿਹੜੀ ਧਾਰਮਿਕ ਨਫ਼ਰਤ, ਉੱਥੇ ਨਸਲੀ ਨਫ਼ਰਤ ਸੀ ਅਮਰੀਕਾ 'ਚ, ਇੱਥੇ ਧਾਰਮਿਕ ਨਫ਼ਰਤ, ਉਸ ਨਫ਼ਰਤ ਦੇ ਵਿੱਚੋਂ ਉਹ ਦੂਜੇ ਵਰਗ ਨੂੰ, ਘੱਟ ਗਿਣਤੀ ਵਰਗ ਨੂੰ ਆਪਦੇ ਜ਼ੁਲਮ ਦਾ ਸ਼ਿਕਾਰ ਬਣਾਉਂਦੇ ਨੇ, ਇੱਕ ਹਜੂਮਾਂ ਦੇ ਰੂਪ 'ਚ, ਭੀੜਾਂ ਦੇ ਰੂਪ 'ਚ। ਸੋ ਇਹ ਹੁਣ ਜਿਹੜੀ ਘਟਨਾ ਇੱਥੇ ਵਾਪਰੀ ਹੈ ਸਿੰਘੂ ਬਾਰਡਰ ਦੇ ਉੱਤੇ, ਇਸ ਨਾਲ ਲਿੰਚਿੰਗ ਕਹਿਣਾ ਇਹ ਬਿਲਕੁਲ ਹੀ ਕਿਸੇ ਪੱਖੋਂ ਵੀ ਠੀਕ ਨਹੀਂ ਬਣਦਾ, ਕਿਉਂਕਿ ਪਹਿਲੀ ਗੱਲ ਤਾਂ ਜਿਹੜਾ ਬੰਦਾ ਦੋਸ਼ੀ ਸੀਗਾ, ਜਿਹੜਾ ਮਾਰਿਆ ਗਿਆ, ਜਿਹਨੂੰ ਇਹ ਵਿਕਟਮ ਬਣਾ ਕੇ ਪੇਸ਼ ਕਰਦੇ ਨੇ, ਉਹ ਕਿਸੇ ਮਜਲੂਮ ਵਰਗ ਨਾਲ ਸੰਬੰਧਿਤ ਨਹੀਂ ਸੀ ਕਿ ਇਸ ਗੱਲ ਕਰਕੇ ਉਹਨੂੰ ਮਾਰਿਆ ਹੋਵੇ ਕਿ ਉਹਦੇ ਖਿਲਾਫ ਕੋਈ ਵਰਗ ਦੇ ਤੌਰ ਤੇ ਨਫ਼ਰਤ, ਤੇ ਜਾਂ ਉਸ ਨੂੰ ਇੱਕ ਵਰਗ ਦੇ ਤੌਰ ਤੇ ਸਿਲੈਕਟ ਕਰਕੇ, ਟਾਰਗੇਟ ਕਰਕੇ ਉਹਦੇ ਉੱਤੇ ਕੋਈ ਜ਼ੁਲਮ ਕੀਤਾ ਹੋਵੇ। ਸੋ ਉਹ ਕੋਈ ਵੀ ਹੋ ਸਕਦਾ ਸੀ, ਉਹ ਅਮੀਰ ਵੀ ਹੋ ਸਕਦਾ ਸੀ, ਉਹ ਗਰੀਬ ਵੀ ਹੋ ਸਕਦਾ ਸੀ, ਉਹ ਸਿੱਖ ਵੀ ਹੋ ਸਕਦਾ ਸੀ, ਉਹ ਹਿੰਦੂ ਵੀ ਹੋ ਸਕਦਾ ਸੀ, ਉਹ ਅੱਪਰ ਕਾਸਟ ਸਵਰਨ ਜਾਤੀਆਂ 'ਚੋਂ ਵੀ ਹੋ ਸਕਦਾ ਸੀ, ਉਹ ਦਲਿਤ ਜਾਤੀਆਂ 'ਚੋਂ ਵੀ ਹੋ ਸਕਦਾ ਸੀ। ਸੋ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਜਿਹੜਾ ਦੋਸ਼ ਹੈ ਉਹਦਾ, ਉਹ ਦੋਸ਼ ਹੈਗਾ ਕਿ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਯਤਨ ਕੀਤਾ, ਮੌਕੇ 'ਤੇ ਵੜਿਆ ਗਿਆ, ਤੇ ਉਸ ਮੌਕੇ 'ਤੇ ਜੋ ਨਿਹੰਗ ਸਿੰਘਾਂ ਨੂੰ ਯੋਗ ਸਮਝਿਆ ਕਿ ਸਿੱਖ ਵਿਰਸੇ ਮੁਤਾਬਕ ਇਸ ਨੂੰ ਸਜ਼ਾ ਦਿੱਤੀ ਜਾਵੇ, ਉਹਨਾਂ ਨੇ ਉਹ ਸਜ਼ਾ ਦੇਤੀ ਉਹਨੂੰ। ਸੋ ਇਸ ਕਰਕੇ ਇਸ ਨੂੰ ਕਹਿਣਾ ਕਿ ਇਹ ਲਿੰਚਿੰਗ ਹੋ ਗਈ, ਇਹ ਬਿਲਕੁਲ ਹੀ, ਜਿਹਨੂੰ ਅਸੀਂ ਕਹਿੰਦੇ ਹਾਂ ਇੱਕ ਕੈਟੇਗਰੀ ਬਲੰਡਰ, ਇੱਕ ਖਾਸ ਪ੍ਰਸੰਗ 'ਚ ਇਤਿਹਾਸਕ ਤੌਰ 'ਤੇ ਹੋਂਦ ਚਾਹੀ ਇੱਕ ਕੈਟੇਗਰੀ ਨੂੰ ਇੱਥੇ ਅੰਨ੍ਹੇਵਾਹ ਲਾਗੂ ਕਰ ਦੇਣਾ, ਇਹ ਕਿਸੇ ਵੀ ਤਰ੍ਹਾਂ ਯੋਗ ਨਹੀਂ ਠਹਿਰਾਇਆ ਜਾ ਸਕਦਾ। ਸੋ ਇਹ ਤਾਂ ਗੱਲ ਹੋ ਗਈ, ਮਤਲਬ ਜਿਹੜਾ ਇਹਨੂੰ ਲਿੰਚਿੰਗ ਦਾ ਸ਼ਬਦ ਵਰਤਣਾ ਕਿ ਨਹੀਂ ਵਰਤਣਾ। ਚਲੋ ਦੁਸ਼ਮਣ ਵਰਤੇ, ਉਹਦੀ ਇਹ ਲੋੜ ਹੈ, ਤੇ ਦੁੱਖ ਉਦੋਂ ਹੁੰਦਾ ਜਦੋਂ ਸਿੱਖਾਂ ਦੇ ਕੁਝ ਵਰਗ ਜਾਂ ਵਿਦਵਾਨ ਜਿਹੜੇ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਜਿਹੜੀ ਮਾਡਰਨ ਥਿੰਕਿੰਗ ਹੈ, ਸੈਕੂਲਰਿਸਟ ਥਿੰਕਿੰਗ ਹੈ, ਜਾਂ ਸਮਾਜ ਦੇ ਵਿੱਚ ਆਪਦੇ ਆਪ ਨੂੰ ਬਹੁਤ ਸਾਊ ਬਣਾ ਕੇ ਮਕਬੂਲ ਹੋਣਾ ਚਾਹੁੰਦੇ ਨੇ, ਉਹ ਵੀ ਇਸ ਤਰ੍ਹਾਂ ਦੇ ਯਤਨ ਕਰਦੇ ਨੇ ਕਿ ਇਸ ਗੱਲ ਨੂੰ ਇਸ ਤਰ੍ਹਾਂ ਨਿੰਦਿਆ ਜਾਵੇ, ਇੱਕ ਲਿੰਚਿੰਗ ਕਹਿ ਕੇ। ਸੋ ਮੇਰਾ ਖਿਆਲ ਹੈ ਕਿ ਇਹ ਗੱਲ ਹੁਣ ਸਪਸ਼ਟ ਹੋਣੀ ਚਾਹੀਦੀ ਹੈ ਕਿ ਇਹਦੀ ਲਿੰਚਿੰਗ ਨਾਲ ਤੁਲਨਾ ਕਰਨੀ ਕਿਸੇ ਪੱਖੋਂ ਵੀ ਯੋਗ ਨਹੀਂ। ਦੂਜੀ ਗੱਲ, ਇਸ ਦੀ ਹੁਣ ਜਿਵੇਂ ਵਰਤੋਂ ਕੀਤੀ ਜਾਊ ਜਾਂ ਕੀਤੀ ਜਾ ਰਹੀ ਹੈ ਇਸ ਘਟਨਾ ਦੀ, ਉਹਨੂੰ ਤੁਸੀਂ ਇੱਕ ਟੋਟਲ ਮਾਹੌਲ 'ਚ ਉਸ ਪ੍ਰਸੰਗ ਨਾਲ ਤੋੜ ਕੇ ਨਾ ਦੇਖੋ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਸਿੱਖਾਂ ਨਾਲ ਜਿਸ ਕਿਸਮ ਦਾ ਵਰਤਾਓ ਹੋ ਰਿਹਾ ਹੈ, ਉਹਦੇ ਵਿੱਚ ਇੱਕ ਸਿੱਖਾਂ ਪ੍ਰਤੀ ਅਸਹਿਣਸ਼ੀਲਤਾ, ਇਹ ਕਹਿ ਲਓ ਕਿ ਪਹਿਲਾਂ 1947 ਤੋਂ ਬਾਅਦ ਲਗਾਤਾਰ ਤੁਰੀ ਆਉਂਦੀ ਸੀ। ਚਲੋ ਉਹ 70ਵਿਆਂ ਦੇ ਵਿੱਚ ਸਿਖਰ 'ਤੇ ਪਹੁੰਚੀ, ਜੇ ਤੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਬਾਅਦ 'ਚ ਖਾੜਕੂ ਲਹਿਰ ਚੱਲੀ, ਉਹ ਸਾਰੀਆਂ ਘਟਨਾਵਾਂ ਸਾਡੇ ਸਾਹਮਣੇ ਪਈਆਂ। ਉਹ ਸੀਗੀਆਂ ਕਿ ਲੰਮੇ ਚਿਰ ਦੇ ਜ਼ਬਰ ਦਾ ਸ਼ਿਕਾਰ ਹੋ ਰਹੀ ਕੌਮ ਦੇ ਵਿੱਚ ਇੱਕ ਰੋਹ ਜਾਗਿਆ, ਤੇ ਉਹਨਾਂ ਨੇ ਆਪਦੀਆਂ ਸਿੱਖ ਰਵਾਇਤਾਂ ਤੇ ਵਿਰਸੇ ਮੁਤਾਬਕ ਉਸ ਰੋਹ ਦਾ ਜਵਾਬ ਦਿੱਤਾ, ਭਾਵੇਂ ਉਹਦੇ ਵਿੱਚ ਬਹੁਤ ਜ਼ਿਆਦਾ ਹੋਰ ਨੁਕਸਾਨ ਇਸ ਪੱਖੋਂ ਕਹਿ ਲਓ ਕਿ ਜਾਨਾਂ ਬਹੁਤ ਗਈਆਂ। ਵੈਸੇ ਸਿੱਖ ਇਸ ਨੂੰ ਨੁਕਸਾਨ ਨਹੀਂ ਕਹਿੰਦੇ, ਉਹ ਇਹਨੂੰ ਸ਼ਹਾਦਤਾਂ ਕਹਿੰਦੇ ਨੇ। ਜੰਗਾਂ ਦੇ ਵਿੱਚ ਸ਼ਹਾਦਤਾਂ ਟੱਲ ਹੈ, ਤਾਂ ਇਸ ਪੱਖੋਂ ਇਹ ਕੋਈ ਗੱਲ ਬਹੁਤੀ ਓਪਰੀ ਨਹੀਂ ਸੀਗੀ। ਹੁਣ ਉਸ ਤੋਂ ਬਾਅਦ ਜਦੋਂ ਦਾ ਇੱਥੇ ਹਿੰਦੂ ਤਵੀ ਉਭਾਰ ਆਇਆ, ਉਦੋਂ ਤੋਂ ਬਾਅਦ ਫਿਰ ਇਹ ਗੱਲਾਂ ਦੇ ਵਿੱਚ ਵਾਧਾ ਹੋ ਰਿਹਾ ਕਿ ਸਿੱਖਾਂ ਦੇ ਪ੍ਰਤੀ ਇੱਕ ਨਫ਼ਰਤ ਦੀ ਭਾਵਨਾ ਜਾਂ ਅਸਹਿਣਸ਼ੀਲਤਾ, ਕਿਉਂਕਿ ਜਿਹੜਾ ਹਿੰਦੂ ਤਬ ਹੈ ਉਹ ਸਾਰੀਆਂ ਘੱਟ ਗਿਣਤੀਆਂ ਪ੍ਰਤੀ ਅਸਹਿਣਸ਼ੀਲ ਹੈ। ਸੋ ਹਿੰਦੂ ਤਬ ਦਾ ਫਰਕ ਕਾਂਗਰਸ ਦੇ ਸੈਕੂਲਰਿਜ਼ਮ ਨਾਲੋਂ ਇਹ ਹੈ ਕਿ ਇਹਨਾਂ ਦੀ ਇੱਕ ਦਾਅਵ ਤਾਂ ਅਸਿਮੀਲੇਸ਼ਨ 'ਤੇ ਹੈ ਕਿ ਇਹਨਾਂ ਨੂੰ ਆਪਦੇ ਕਹਿ ਕੇ ਆਪਦੇ ਵਿੱਚ ਹੀ ਜਜ਼ਬ ਕਰ ਲਓ, ਤੇ ਜਿਹੜੇ ਬੰਦੇ ਜਜ਼ਬ ਹੋਣ ਤੋਂ ਇਨਕਾਰੀ ਹੁੰਦੇ ਆ ਉਹਨਾਂ ਦੇ ਖਿਲਾਫ ਨਫ਼ਰਤ ਭੜਕਾ ਕੇ ਉਹਨਾਂ ਨੂੰ ਲੋਕਾਂ ਦੀਆਂ ਨਜ਼ਰਾਂ 'ਚ ਬਦਨਾਮ ਕਰਕੇ ਉਹਨਾਂ 'ਤੇ ਜ਼ਬਰ ਕਰੋ। ਸੋ ਪਿਛਲੇ ਸਾਰੇ ਪੀਰੀਅਡ ਦੇ ਵਿੱਚ ਉਸ ਸੈਕਸ਼ਨ ਦੇ ਉੱਤੇ ਲਗਾਤਾਰ ਜ਼ਬਰ ਹੁੰਦਾ ਆ ਰਿਹਾ, ਤੇ ਇਸ ਜ਼ਬਰ ਦੇ ਵਿੱਚ ਅਨਫਾਰਚੂਨੇਟਲੀ ਅਫਸੋਸ ਨਾਲ ਇਹ ਕਹਿਣਾ ਪੈ ਰਿਹਾ ਕਿ ਸਿੱਖਾਂ ਦੇ ਕੁਝ ਜਿਹੜੇ ਹੈਗੇ ਨੇ ਵਰਗ ਜਾਂ ਵਿਅਕਤੀ, ਉਹ ਉਹਦਾ ਹੱਥਾ ਬਣ ਰਹੇ ਨੇ। ਖਾਸ ਕਰਕੇ ਜੇ ਪੰਜਾਬ ਦੇ ਵਿੱਚ ਗੱਲ ਕਰਨੀ ਹੋਵੇ
ਤਾਂ ਪਹਿਲਾਂ ਜਿੰਨਾ ਚਿਰ ਬਾਦਲ ਸੱਤਾ ਦੇ ਵਿੱਚ ਰਹੇ ਉਹ ਪੂਰੇ ਵਿਲਿੰਗ ਟੂਲ ਬਣ ਕੇ ਚੱਲੇ ਕੇਂਦਰ ਦੀ ਸੱਤਾ ਦੇ, ਜੋ ਉਹਨਾਂ ਨੇ ਚਾਹਿਆ ਉਸ ਤਰ੍ਹਾਂ ਇੱਥੇ ਕਰਦੇ ਰਹੇ। ਇਸ ਤੋਂ ਬਾਅਦ ਅਮਰਿੰਦਰ ਸਿੰਘ ਆਇਆ ਕੁਝ ਹੋਰ ਵਾਅਦੇ ਕਰਕੇ ਸੀ, ਪਰ ਜਿਸ ਤਰ੍ਹਾਂ ਉਹ ਚੱਲਿਆ, ਜਿਸ ਤਰ੍ਹਾਂ ਉਹਦਾ ਸਾਰਾ ਕਿਰਦਾਰ ਸਾਹਮਣੇ ਆਇਆ, ਉਹਦੇ ਵਿੱਚੋਂ ਇਹ ਹੈ ਕਿ ਉਹਦਾ ਬਾਦਲਾਂ ਨਾਲੋਂ ਇੱਕ ਭੋਰਾ ਵੀ ਅੰਸ਼ ਮਾਤਰ ਵੀ ਕੋਈ ਫਰਕ ਨਹੀਂ, ਸਗੋਂ ਵੱਧ ਖਤਰਨਾਕ ਤਰੀਕੇ ਨਾਲ ਉਹਨੇ ਆਪਰੇਟ ਕੀਤਾ। ਤੇ ਹੁਣ ਤਾਂ ਉਹਦਾ ਸਾਰਾ ਕੁਝ ਹੀ ਸਾਹਮਣੇ ਆ ਗਿਆ ਕਿ ਉਹਦਾ ਤੇ ਬੀਜੇਪੀ ਦਾ ਜਾਂ ਹਿੰਦੂਤਵ ਦਾ ਉਹਦੇ ਵਿੱਚ ਕੋਈ ਫਰਕ ਹੀ ਕੋਈ ਨਹੀਂ, ਕਿਉਂਕਿ ਉਹ ਵਾਰ-ਵਾਰ ਜਿਵੇਂ ਨੈਸ਼ਨਲ ਸਿਕਿਉਰਿਟੀ ਦਾ ਰੌਲਾ ਪਾ ਰਿਹਾ ਹੈ, ਕਰਤਾਰਪੁਰ ਦੇ ਲਾਂਘੇ ਦਾ ਉਹਨੇ ਵਿਰੋਧ ਕੀਤਾ, ਉਸ ਮੌਕੇ ਪਾਕਿਸਤਾਨ ਨਾਲ ਦੋਸਤੀ ਕਰਨ ਦੇ ਰਾਹ 'ਚ ਉਹਨੇ ਅੜਿੱਕੇ ਲਾਏ। ਸੋ ਉਹ ਜਿਹੜਾ ਸਾਰਾ ਉਹਦਾ ਹੈਗੀ ਆ ਪੋਲੀਟੀਕਲ ਇੱਕ ਸੋਚ, ਉਹ ਟੋਟਲੀ ਹਿੰਦੂਤਵੀ ਸੋਚ ਨਾਲ ਮੇਲ ਖਾਂਦੀ ਹੈ। ਇਸ ਕਰਕੇ ਉਹ ਉਹਨਾਂ ਦਾ ਚਹੇਤਾ CM ਸੀਗਾ ਇੱਥੇ। ਪਰ ਜਦੋਂ ਸੱਤਾ ਤੋਂ ਪਾਸੇ ਹੋ ਗਿਆ ਤਾਂ ਉਸ ਤੋਂ ਬਾਅਦ ਇਹ ਸੀ ਕਿ ਅੱਗੇ ਕੌਣ ਆਵੇ। ਉਂਝ ਤਾਂ ਘਟਨਾਵਾਂ ਬੜੇ ਨਾਟਕੀ ਤੇ ਤੇਜ਼ੀ ਨਾਲ ਵਾਪਰੀਆਂ ਕਿ ਪਹਿਲਾਂ ਸੁਨੀਲ ਜਾਖੜ ਦਾ ਨਾਮ ਆਇਆ, ਬਾਅਦ 'ਚ ਸੁਖਜਿੰਦਰ ਸਿੰਘ ਰੰਧਾਵਾ ਦਾ ਆਇਆ, ਅਖੀਰ ਨੂੰ ਚਰਨਜੀਤ ਸਿੰਘ ਚੰਨੀ ਬਣ ਗਿਆ। ਜਿਵੇਂ ਵੀ ਬਣ ਗਿਆ, ਇੱਕ ਇੰਨੇ ਕਮਜ਼ੋਰ CM ਬਣਨਾ ਪੰਜਾਬ 'ਚ ਇਹ BJP ਨੂੰ ਪੂਰਾ ਸੂਟ ਕਰਦਾ, ਕਿਉਂਕਿ ਜਿਹੜਾ ਕਮਜ਼ੋਰ ਬੰਦਾ ਹੋਊਗਾ ਉਹ ਕਿਸੇ ਵੀ ਤਰ੍ਹਾਂ ਉਹਨਾਂ ਦੀਆਂ ਚਾਲਾਂ ਨੂੰ ਨਾਕਾਮ ਨਹੀਂ ਕਰ ਸਕੂਗਾ, ਉਹਦੇ 'ਚ ਇੰਨਾ ਦਮ ਨਹੀਂ ਹੋਊਗਾ। ਤੇ ਇਹ ਚੰਨੀ ਨੇ ਦਿਖਾ ਵੀ ਦਿੱਤਾ। ਚੰਨੀ ਦੇ ਮਾਮਲੇ ਚਲੋ ਇਹ ਗੱਲ ਤਾਂ ਠੀਕ ਹੈ ਕਿ ਉਹ ਗਰੀਬ ਵਰਗ ਦੇ ਵਿੱਚੋਂ ਆਇਆ, ਮਜ਼ਲੂਮ ਵਰਗ 'ਚੋਂ ਆਇਆ, ਇਹ ਬੜੀ ਚੰਗੀ ਗੱਲ ਹੋਈ ਹੈ। ਤੇ ਉਸ ਵਰਗ ਨੂੰ ਇੱਕ ਹੌਸਲਾ ਤੇ ਤਾਕਤ ਤੇ ਹੱਲਾਸ਼ੇਰੀ ਵੀ ਮਿਲੀ ਹੈ, ਇਹ ਵੀ ਚਲੋ ਬੜੀ ਚੰਗੀ ਗੱਲ ਹੈ। ਪਰ ਇੱਕ ਗੱਲ ਸਾਫ਼ ਹੋ ਜਾਣੀ ਚਾਹੀਦੀ ਹੈ ਕਿ ਉਸ ਵਰਗ ਵਾਸਤੇ ਉਹ ਅੰਸ਼ਕ ਕੁਛ ਰਾਹਤ ਦੇ ਦੂਗਾ, ਇਸ ਗੱਲ 'ਚ ਕੋਈ ਰੌਲਾ ਨਹੀਂ, ਕੁਛ ਨਾ ਕੁਛ ਉਹਦੀਆਂ ਰਿਆਇਤਾਂ ਦੇ ਦੂਗਾ। ਪਰ ਜਿਹੜੇ ਟੋਟਲ ਇੱਕ ਪੰਜਾਬ ਦੇ ਹਿੱਤਾਂ ਦੀ ਜਾਂ ਸਿੱਖਾਂ ਦੇ ਹਿੱਤਾਂ ਦੀ ਰੱਖਿਆ ਕਰਨ ਦਾ ਮਾਮਲਾ ਹੈ, ਉੱਥੇ ਉਹਦੇ ਵਿੱਚ ਨਾ ਤਾਂ ਉਹਦੇ ਕੋਲੇ ਦ੍ਰਿਸ਼ਟੀ ਹੈ, ਉਹ ਵਿਜ਼ਨ ਨਹੀਂ ਉਹਦੇ ਕੋਲੇ, ਤੇ ਨਾ ਉਹਦੇ 'ਚ ਉਹਦੀ ਤਾਕਤ ਜਾਂ ਕਹਿ ਲਓ ਕਿ ਜੁਰਤ ਹੈ। ਇੱਕ ਜਿਹੜੀ ਹੁੰਦੀ ਹੈ ਬੰਦੇ ਦੇ ਵਿੱਚ ਇੱਕ ਜੁਰਤ ਚਾਹੀਦੀ ਹੈ ਕਿ ਉਹ ਸੈਂਟਰ ਦੇ ਨਾਲ ਲੜਾਈ ਲੜ ਸਕੇ। ਸੋ ਬੜਾ ਕਮਜ਼ੋਰ CM ਹੈ ਤੇ ਜਿਹੜਾ ਫਿਰ ਪੰਜਾਬ ਦੇ ਹਿੱਤਾਂ 'ਤੇ ਪਹਿਰਾ ਨਹੀਂ ਦੇ ਸਕੂਗਾ। ਸੋ ਇਹ ਜਿਹੜੀਆਂ ਹੁਣ ਗੱਲਾਂ ਵਾਪਰੀਆਂ ਕਿ ਇੱਥੇ BSF ਨੂੰ ਜਿਵੇਂ ਅੱਧਾ ਪੰਜਾਬ ਹੁਣ ਸੌਂਪਤਾ ਉਹਨਾਂ ਨੇ, ਇਹ ਸਾਰੀਆਂ ਗੱਲਾਂ ਦੀ ਤੁਸੀਂ ਰੌਸ਼ਨੀ ਦੇ ਵਿੱਚ ਹੀ ਦੇਖੋ। ਇਹ ਜਿਹੜੀ ਘਟਨਾ ਵਾਪਰੀ ਹੈ, ਇਹ ਘਟਨਾ ਦਾ ਉਸ ਤਰ੍ਹਾਂ ਤਾਂ ਉਸ ਲੜੀ ਨਾਲ ਕੋਈ ਸੰਬੰਧ ਨਹੀਂ ਕਿ ਕਿਸੇ ਨੇ ਉਹਨੂੰ ਮਿੱਥ ਕੇ ਭੇਜਿਆ ਹੋਵੇ, ਜਿਹੜਾ ਬੰਦਾ ਬੇਅਦਬੀ ਕਰਨ ਗਿਆ ਸੀ। ਇਹ ਨਹੀਂ ਕਿ ਇੱਕ ਹੋਈ ਘਟਨਾ ਦੀ ਵਰਤੋਂ ਕਿਵੇਂ ਕੀਤੀ ਜਾ ਰਹੀ ਹੈ, ਉਸ ਸੰਬੰਧੀ ਇਹ ਗੱਲ ਅਹਿਮ ਹੈਗੀ ਹੈ। ਉਹ ਵਰਤੋਂ ਇਸ ਤਰ੍ਹਾਂ ਹੀ ਕੀਤੀ ਜਾ ਰਹੀ ਹੈ ਕਿ ਸਿੱਖਾਂ ਦੇ ਵਿੱਚ ਜਿਹੜੇ ਕਾਣ ਵਾਲੇ ਬੰਦੇ ਨੇ, ਜਿਹੜੇ ਲੜਨ ਵਾਲੇ ਬੰਦੇ ਨੇ, ਜਿਹੜੇ BJP ਅੱਗੇ ਝੁਕਣ ਤੋਂ ਇਨਕਾਰ ਕਰਦੇ ਨੇ, ਜਿਹੜੇ ਅਸਿਮੀਲੇਟ ਹੋਣ ਨੂੰ ਤਿਆਰ ਨਹੀਂ, ਜਿਹੜੇ ਨਿਆਰੀ ਹਸਤੀ ਤੇ ਹੋਂਦ ਦੀ ਗੱਲ ਕਰਦੇ ਆ ਤੇ ਆਪਦੀ ਆਜ਼ਾਦੀ ਦੀ ਗੱਲ ਕਰਦੇ ਆ, ਜਿਹੜੇ ਗੁਰੂ ਦੇ ਮਾਮਲੇ 'ਚ ਕਿਸੇ ਵੀ ਕਿਸਮ ਦਾ ਕੋਈ ਸਮਝੌਤਾ ਕਰਨ ਨੂੰ ਤਿਆਰ ਨਹੀਂ, ਉਹਨਾਂ ਨੂੰ ਆਈਸੋਲੇਟ ਕਰਕੇ ਨਿਖੇੜ ਕੇ ਉਹਨਾਂ 'ਤੇ ਜ਼ੁਲਮ ਕਰਨਾ, ਇਹ ਇਸ ਸਰਕਾਰ ਦੀ ਜਿਹੜੀ ਮੌਜੂਦਾ ਭਾਰਤੀ ਸਰਕਾਰ ਹੈ ਜਾਂ ਐਸਟੈਬਲਿਸ਼ਮੈਂਟ ਹੈ, ਉਹਦੀ ਉਹ ਲੋੜ ਬਣੀ ਹੋਈ ਹੈ। ਸੋ ਇਸ ਘਟਨਾ ਦੀ ਉਹ ਵਰਤੋਂ ਹੁਣ ਇਸ ਰੂਪ ਦੇ ਵਿੱਚ ਕਰ ਰਹੇ ਨੇ ਕਿ ਸਿੱਖਾਂ ਨੂੰ ਇੱਕ ਕਾਤਲ ਤੇ ਹੰਸਿਆਰਿਆਂ ਦੇ ਤੌਰ ਤੇ ਵਹਿਸ਼ੀ ਬਣਾ ਕੇ ਪੇਸ਼ ਕੀਤਾ ਜਾਵੇ, ਭਾਵੇਂ ਕਿ ਉਹ ਕਰਨਗੇ ਨਿਹੰਗਾਂ ਦੇ ਬਹਾਨੇ, ਪਰ ਇੱਕ ਜੋ ਮੈਸੇਜ ਜਾਂਦਾ ਹੁੰਦਾ ਹੈ ਉਹ ਇਸ ਤਰ੍ਹਾਂ ਹੀ ਜਾਂਦਾ ਹੁੰਦਾ ਹੈ। ਸੋ ਮੈਂ ਕੱਲ੍ਹ ਹੀ ਦੇਖ ਰਿਹਾ ਸੀ ਪ੍ਰੋਗਰਾਮ ਪ੍ਰਿੰਟ ਦੇ ਉੱਤੇ ਜਿਹੜਾ ਹੈਗਾ ਸ਼ੇਖਰ ਗੁਪਤਾ। ਹੁਣ ਸ਼ੇਖਰ ਗੁਪਤਾ ਨੂੰ ਜਿਹੜੀਆਂ ਜਦੋਂ ਖਾੜਕੂ ਲਹਿਰ ਚੱਲੀ ਹੈ, ਜਦੋਂ ਧਰਮ ਯੁੱਧ ਮੋਰਚਾ ਚੱਲਿਆ, ਉਹ ਲਗਾਤਾਰ ਇੱਥੇ ਸਰਗਰਮ ਰਿਹਾ। ਇੱਕ ਰਿਪੋਰਟਰ ਤੋਂ ਉਹ ਇੱਕ ਸੰਪਾਦਕ ਬਣਿਆ, ਸੰਪਾਦਕ ਤੋਂ ਮਾਲਕ ਬਣਿਆ। ਉਹਨੇ ਵੱਲ ਬਹੁਤ ਤਰੱਕੀ ਕੀਤੀ ਹੈ ਇਸ ਖੇਤਰ ਦੇ ਵਿੱਚ, ਅਤੇ ਉਹਦਾ ਲਗਾਤਾਰ ਜਿਹੜਾ ਸਾਰਾ ਸੀਗਾ, ਇੱਕ ਤਾਂ ਇਹ ਹੈ ਕਿ ਉਹਨੂੰ ਘਟਨਾਵਾਂ ਨੂੰ ਦੇਖਣ ਦਾ ਉਹਦੇ ਕੋਲੇ ਹੈਗੀ ਹੈ ਸਮਰੱਥਾ, ਉਹ ਬਹੁਤ ਸੋਹਣਾ ਬ੍ਰਿਲੀਅੰਟ ਐਨਾਲਿਸਿਸ ਕਰ ਲੈਂਦਾ ਹੈ। ਪਰ ਸਾਰੇ ਪੀੜ ਦੇ ਵਿੱਚ ਉਸ ਨੇ ਹਮੇਸ਼ਾ ਹੀ ਜਿਹੜੇ ਹੈਗੇ ਆ ਬਹੁ ਗਿਣਤੀ ਵਰਗ ਦਾ ਪੱਖ ਹੀ ਪੂਰਿਆ, ਅਤੇ ਹੁਣ ਵੀ ਉਹ ਪੂਰ ਰਿਹਾ। ਹੁਣ ਉਹ ਬੋਲ ਰਿਹਾ ਸੀ ਕਿ ਜਿਹੜੀਆਂ ਸਮਾਰਟ ਜਨਰੇਸ਼ਨ ਹੁੰਦੀ ਹੈ ਉਹ ਆਪਦੀ ਪਿਛਲੀ ਜਨਰੇਸ਼ਨ ਦੀਆਂ ਹੋਈਆਂ ਗਲਤੀਆਂ ਤੋਂ ਸਿੱਖਦੀ ਹੈ, ਅਤੇ ਇਹ ਗੱਲ ਕਹਿ ਕੇ ਉਹ ਪਿੱਛੇ ਸੰਤ ਭਿੰਡਰਾਂ ਵਾਲੇ ਦੇ ਇਮੇਜ ਦਿਖਾ ਰਿਹਾ ਕਿ ਜੇ ਇਸ ਤਰ੍ਹਾਂ ਦੀ ਗੱਲ ਫੇਰ ਉੱਭਰ ਰਹੀ ਹੈ, ਜਿਹਦਾ ਮਤਲਬ ਵੀ ਸਿੱਖਾਂ ਨੇ ਕੋਈ ਸਬਕ ਨਹੀਂ ਸਿੱਖਿਆ। ਸੋ ਇਹ ਗੱਲ ਫੇਰ ਸਿੱਖਾਂ 'ਤੇ ਆ ਰਹੀ ਹੈ ਕਿ ਸਿੱਖਾਂ ਨੇ ਕੋਈ ਸਬਕ ਨਹੀਂ ਸਿੱਖਿਆ। ਪਰ ਸਿੱਖਾਂ ਦਾ ਮੋੜਵਾਂ ਸਵਾਲ ਇਹ ਹੈ ਕਿ ਜਾਬਰਾਂ ਨੇ ਕੋਈ ਸਬਕ ਸਿੱਖਿਆ ਇਤਿਹਾਸ ਤੋਂ?
ਇੱਕ ਉਹਨਾਂ ਵਾਸਤੇ ਤਾਂ ਜਿਹੜੇ ਬੰਦੇ ਮਰਦੇ ਨੇ, ਭਾਵੇਂ ਫੌਜ 'ਚ ਮਰਨ, ਭਾਵੇਂ ਪੁਲਿਸ ਦੇ ਵਿੱਚ ਮਰਨ, ਤੇ ਭਾਵੇਂ ਉਸ ਤਰ੍ਹਾਂ ਜਿਹੜੀ ਹੈਗੀ ਆ ਸਿੱਖਾਂ ਦੇ ਕਿਸੇ ਰੋਹ ਦਾ ਸ਼ਿਕਾਰ ਹੋਣ, ਉਹ ਉਹਨਾਂ ਵਾਸਤੇ ਉਹਦੀ ਕੋਈ ਬਹੁਤੀ ਅਹਿਮੀਅਤ ਨਹੀਂ ਬਣਦੀ। ਉਹ ਤਾਂ ਜਸਟ ਇੱਕ ਨਾਗਨ ਕਿ ਕੋਈ ਨਹੀਂ, ਇੰਨੇ ਮਰ ਗਏ ਤਾਂ ਕੀ ਹੈ। ਉਹ ਉਹਨਾਂ ਤੋਂ ਫਿਰ ਇੱਕ ਨਫ਼ਰਤ ਸਿੱਖਾਂ ਦੇ ਖਿਲਾਫ ਭੜਕਾਈ ਜਾਂਦੀ ਹੈ ਤੇ ਭੜਕਾਈ ਜਾਊਗੀ। ਸੋ ਉਹਨਾਂ ਨੂੰ ਜਾਨਾਂ ਨਾਲ ਨਹੀਂ ਕੋਈ ਗੱਲ ਕਿ ਲੋਕ ਕਿੰਨੇ ਮਰਦੇ। ਸੋ ਸਿੱਖਾਂ ਦਾ ਮਤਲਬ ਇਹ ਜ਼ੋਰਦਾਰ ਦਾਅਵਾ ਹੈਗਾ ਕਿ ਹਾਕਮ ਵਰਗ ਨੇ ਕੁਛ ਵੀ ਨਹੀਂ ਸਿੱਖਿਆ ਪਿਛਲੇ ਸਾਰੇ ਇਤਿਹਾਸ ਤੋਂ। ਉਹੀ ਮੀਡੀਏ ਦੀ ਉਹੀ ਟੋਨ ਹੈ, ਉਹੀ ਉਹਦਾ ਸਾਰਾ ਪ੍ਰਚਾਰ ਦਾ ਢੰਗ ਤਰੀਕਾ ਹੈ। ਸਾਰੇ ਚੈਨਲਾਂ ਤੇ ਅਖਬਾਰਾਂ ਤੋਂ ਲੈ ਕੇ ਉਹੀ ਪਾਤਰ ਜਿਹੜੇ ਉਦੋਂ ਯੰਗ ਸੀ, ਹੁਣ ਉਹ ਮੈਚਿਓਰ ਵੀ ਹੋ ਗਏ, ਬੁੱਢੇ ਵੀ ਹੋ ਗਏ, ਪਰ ਉਹਨਾਂ 'ਚ ਜਿਹੜੀ ਸਿੱਖਾਂ ਵਿਰੁੱਧ ਜ਼ਹਿਰ ਹੈ ਉਹ ਨਹੀਂ ਮਰੀ ਅਜੇ ਤੱਕ। ਸੋ ਇਸ ਘਟਨਾ ਨੂੰ ਆਧਾਰ ਬਣਾ ਕੇ ਫਿਰ ਇਹ ਇੱਕ ਨੈਰੇਟਿਵ ਜਿਹੜਾ ਉਹ ਵੱਡੀ ਪੱਧਰ 'ਤੇ ਸਿਰਜਿਆ ਜਾ ਰਿਹਾ ਹੈ। ਤੇ ਦੂਜੇ ਪਾਸੇ ਹਿੰਦੂ ਤਵੀ ਜਿਹੜੀ ਸਰਕਾਰ ਹੈ ਉਹ ਜਿੱਧਰ ਨੂੰ ਵੱਧ ਰਹੀ ਹੈ, ਬੜੀ ਤੇਜ਼ੀ ਨਾਲ ਵੱਧ ਰਹੀ ਹੈ, ਉਹਦੇ 'ਚ ਇਹ ਗੱਲ ਸਿੱਖਾਂ ਨੂੰ ਹੁਣ ਸੋਚ ਲੈਣੀ ਚਾਹੀਦੀ ਹੈ ਕਿ ਆਉਣ ਵਾਲਾ ਸਮਾਂ ਇੱਕ ਵਾਰ ਫੇਰ ਭਿਆਨਕ ਹੋਵੇਗਾ ਤੇ ਆਪਣੇ ਆਪ ਨੂੰ ਉਹਦੇ ਵਾਸਤੇ ਤਿਆਰ ਕਰਨਾ ਪੈਣਾ। ਤੇ ਇਹ ਘਟਨਾ ਹੁਣ ਵਾਪਰੀ ਸਿੰਘੂ ਬਾਰਡਰ ਤੇ, ਜਿੱਥੇ ਕਿਸਾਨ ਅੰਦੋਲਨ ਚੱਲ ਰਿਹਾ ਹੈ। ਇਸ ਗੱਲ ਕਰਕੇ ਜਿਹੜੀਆਂ ਕਿਸਾਨ ਜਥੇਬੰਦੀਆਂ, ਉਹਨਾਂ ਦਾ ਜੋ ਇਹ ਤੇ ਪ੍ਰਤੀਕਰਮ ਆਇਆ ਹੈ, ਮੇਰੇ ਮੁਤਾਬਕ ਉਹ ਪ੍ਰਤੀਕਰਮ ਵੀ ਸਿੱਖਾਂ ਵਾਸਤੇ ਇੱਕ ਖਤਰੇ ਦੀ ਘੰਟੀ ਹੈ ਕਿ ਅਲਟੀਮੇਟਲੀ ਉਹਨਾਂ ਨੇ, ਜਿਵੇਂ 80s ਦੇ ਵਿੱਚ ਲੈਫਟ ਨੇ ਖਾੜਕੂ ਜਾਂ 90s ਦੇ ਵਿੱਚ ਖਾੜਕੂ ਲਹਿਰ ਦੇ ਖਿਲਾਫ ਇੱਕ ਉਹ ਹੱਥਾ ਜਾਂ ਦਸਤਾ ਬਣ ਕੇ ਚੱਲੇ ਸਟੇਟ ਦਾ, ਉਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਉਹ ਆਪਦੇ ਆਪ ਨੂੰ ਉਸੇ ਰੋਲ ਵਾਸਤੇ ਤਿਆਰ ਕਰ ਰਹੇ ਨੇ। ਤੇ ਇਹ ਗੱਲ ਸਾਡੇ ਵਾਸਤੇ ਹੁਣੇ ਤੋਂ ਬੁੱਝ ਲੈਣੀ ਚਾਹੀਦੀ ਹੈ ਕਿ ਇਸ ਸੰਘਰਸ਼ ਨੇ ਉਹਨਾਂ ਦਾ ਥੱਲੇ ਘੇਰਾ ਵੀ ਵਧਾਇਆ ਹੈ, ਉਹਨਾਂ ਦੀ ਪ੍ਰੈਸਟੀਜ ਵੀ ਐਨਹਾਂਸ ਕੀਤੀ ਹੈ, ਉਹਨਾਂ ਦੀ ਸਮਾਜ ਦੇ ਵਿੱਚ ਇੱਕ ਬੁੱਕਤ ਬਣੀ ਹੈ। ਉਹ ਸਿੱਖਾਂ ਕਰਕੇ ਹੀ ਬਣੀ ਹੈ, ਕਿਉਂਕਿ ਘੋਲ ਜਿਸ ਬੁਲੰਦੀ ਤੇ ਪਹੁੰਚਿਆ ਉਹ ਸਿੱਖਾਂ ਦੀ ਹਮਾਇਤ ਤੇ ਮਦਦ ਕਰਕੇ ਹੀ ਪਹੁੰਚਿਆ। ਸੋ ਸਿੱਖਾਂ ਤੋਂ ਹਮਾਇਤ ਲੈ ਕੇ ਹੀ ਉਹ ਜਿਸ ਕਿਸਮ ਦੀ ਤਾਕਤ ਬਣ ਚੁੱਕੇ ਨੇ, ਤੇ ਇਹ ਲੱਗਦਾ ਇਹ ਹੈ ਕਿ ਉਹਨਾਂ ਨੇ ਵੀ ਇਤਿਹਾਸ ਤੋਂ ਕੁਛ ਨਹੀਂ ਸਿੱਖਿਆ। ਸੋ ਉਹਨਾਂ ਨੇ ਵੀ ਜੋ ਰਿਐਕਸ਼ਨ ਦਿੱਤਾ ਹੈ, ਤੇ ਭਾਵੇਂ ਅਜੇ ਬਹੁਤ ਸੰਭਲ ਕੇ ਬੋਲਣ ਦੀ ਕੋਸ਼ਿਸ਼ ਕੀਤੀ ਹੈ, ਪਰ ਆਫ ਦੀ ਰਿਕਾਰਡ ਜਿਹੜੀਆਂ ਉਹ ਗੱਲਾਂ ਕਰ ਰਹੇ ਨੇ ਉਹਦੇ ਵਿੱਚ ਇਹੀ ਹੈ, ਜਦੋਂ ਕੱਲਾ ਕੱਲਾ ਬੰਦਾ ਬਿਆਨ ਦੇ ਰਿਹਾ ਉਹਨਾਂ ਦਾ, ਕਿ ਉਹ ਉਸੇ ਤਰ੍ਹਾਂ ਫੇਰ ਚੱਲਣਗੇ। ਉਹ ਵਿਕਟਮ ਧਿਰ ਨਾਲ ਨਹੀਂ ਖੜਨਗੇ, ਉਹ ਫੇਰ ਜਿਹੜਾ ਵਿਕਟਿਮਾਈਜ਼ਰ ਹੈ, ਜਿਹੜਾ ਕਲਪਰੇਟ ਹੈ, ਉਹਦੇ ਨਾਲ ਹੀ ਜਾ ਕੇ ਖੜਨਗੇ, ਵਿਕਟਮ ਨਾਲ ਹੀ। ਸੋ ਇੰਨੀਆਂ ਕੁ ਕੁਛ ਗੱਲਾਂ ਜਿਹੜੀਆਂ ਸੀਗੀਆਂ, ਲੱਗਦਾ ਸੀ ਕਿ ਇਹ ਅਜੇ ਮਸਲਾ ਚੱਲਣਾ ਹੈ ਅੱਗੇ। ਪਰ ਜਿਹੜਾ ਜਥੇਦਾਰ ਅਮਨ ਸਿੰਘ, ਨਿਹੰਗ ਸਿੰਘ, ਉਸ ਨੇ ਜੋ ਪ੍ਰੈਸ ਦੇ ਸਾਹਮਣੇ ਗੱਲ ਸਾਫ਼ ਕੀਤੀ ਹੈ, ਮਤਲਬ ਉਸ ਸਮੇਂ ਦੇ ਵਿੱਚ ਵੀ, ਉਸ ਸਿਚੁਏਸ਼ਨ ਦੇ ਵਿੱਚ ਵੀ ਉਹਨੇ ਜਿੰਨਾ ਆਪਦਾ ਟਰਮਾ ਤੇ ਮਾਨਸਿਕ ਸੰਤੁਲਨ ਕਾਇਮ ਰੱਖਿਆ, ਕਿਤੇ ਵੀ ਗੱਲ ਨੂੰ ਇੱਕ ਪ੍ਰਪੋਰਸ਼ਨ ਤੋਂ ਪਾਸੇ ਨਹੀਂ ਜਾਣ ਦਿੱਤਾ, ਹਰ ਗੱਲ ਦਾ ਖਿਆਲ ਰੱਖਿਆ। ਉਹਦੀ ਜਿਹੜੀ ਇੰਟਰਵਿਊ ਹੈ ਪ੍ਰੋ ਪੰਜਾਬ ਤੇ ਮੈਂ ਤਾਂ ਦੇਖੀ ਆ, ਹੋਰਾਂ ਤੇ ਵੀ ਸ਼ਾਇਦ ਆਈ ਹੋਊਗੀ, ਉਹ ਜ਼ਰੂਰ ਦੇਖਣੀ ਚਾਹੀਦੀ ਹੈ, ਧਿਆਨ ਨਾਲ ਸੁਣਨੀ ਚਾਹੀਦੀ ਹੈ। ਤੇ ਉਹਦੇ ਵਿੱਚੋਂ ਇੱਕ ਦਿਸਦੀ ਆ ਗੱਲ ਕਿ ਉਹਨਾਂ ਨੇ ਇਹ ਕਿਸੇ ਵਕਤੀ ਤੈਸ਼ ਜਾਂ ਰੋਹ 'ਚੋਂ ਆ ਕੇ ਕਾਰਵਾਈ ਨਹੀਂ ਕੀਤੀ, ਇਹ ਇੱਕ ਜਮ੍ਹਾਂ ਹੋਇਆ ਪਿਆ ਸੀਗਾ। ਕਿਉਂਕਿ ਬੇਅਦਬੀ ਦੀਆਂ ਘਟਨਾਵਾਂ ਤਾਂ ਸਿੱਖਾਂ ਦੇ ਨਾਲ ਤੁਸੀਂ, ਇਹ ਤਾਂ 47 ਤੋਂ ਬਾਅਦ ਹੀ ਸ਼ੁਰੂ ਹੋ ਗਈਆਂ ਸੀਗੀਆਂ, ਪਹਿਲਾਂ ਆਈਸੋਲੇਟਡ ਸੀ, ਪਰ ਪਿਛਲੇ 6 ਸਾਲਾਂ ਤੋਂ ਤਾਂ ਇਹ ਲੜੀਵਾਰ ਹੈ, ਇੱਕ ਹੋ ਗਈ, ਦੂਜੀ ਹੋ ਗਈ, ਤੀਜੀ ਹੋ ਗਈ, ਕਿਤੇ ਵੀ ਦੋਸ਼ੀਆਂ ਨੂੰ ਕੁਝ ਨਹੀਂ ਕੀਤਾ ਜਾ ਰਿਹਾ। ਆ ਪਿਛਲੇ 2 ਮਹੀਨਿਆਂ ਤੋਂ ਤਾਂ ਸਿੱਖ ਬੇਵਸ ਮਹਿਸੂਸ ਕਰ ਰਹੇ ਸੀ ਵੀ ਕੀ ਕਰੀਏ, ਇਹਨੂੰ ਕਿਵੇਂ ਠੱਲ ਪਵੇ। ਸੋ ਇਸ ਘਟਨਾ ਨਾਲ ਉਹਨਾਂ 'ਚ ਇੱਕ ਉਮੀਦ ਤੇ ਆਸ ਜਾਗੀ ਹੈ ਕਿ ਠੱਲ ਪਾਈ ਜਾ ਸਕਦੀ ਹੈ, ਤੇ ਠੱਲ ਪਾਈ ਜਾਊਗੀ। ਸਿੱਖ ਵਿਰਸੇ ਦੇ ਵਿੱਚੋਂ ਹੀ ਤੁਸੀਂ ਜਿਹੜੀ ਹੈਗੀ ਆ ਰੌਸ਼ਨੀ ਲਓ। ਤੇ ਜਿਹੜੀ ਗੱਲ ਹੈਗੀ ਆ ਵੀ ਕਾਨੂੰਨ ਨੂੰ ਆਪਦੇ ਹੱਥ 'ਚ ਲੈਣ ਦੀ ਗੱਲ, ਮਤਲਬ ਇਹ ਜਿਹੜੇ ਬੰਦੇ ਇਹ ਕਹਿੰਦੇ ਕਿ ਕਾਨੂੰਨ ਨੂੰ ਆਪਦੇ ਹੱਥ 'ਚ ਨਹੀਂ ਲੈਣਾ ਚਾਹੀਦਾ ਸੀ, ਮੈਨੂੰ ਇਹ ਨਹੀਂ ਸਮਝ ਆਉਂਦੀ। ਉਹਨਾਂ ਨੂੰ ਦਿਸਦਾ ਨਹੀਂ ਕਿ ਕਾਨੂੰਨ ਕਿੰਨਾ ਕਾਣਾ ਤੇ ਪੱਖਪਾਤੀ ਤੇ ਬੋਲਾ ਹੋ ਚੁੱਕਿਆ। ਉਹ ਕਹਿੰਦੇ ਨਾ ਵੀ ਇਨਸਾਫ ਦੇ ਜਿਹੜੇ ਹੱਥ 9 ਗਜ਼ ਦੇ ਹੁੰਦੇ ਆ, ਇਹ ਕਹਾਵਤ ਆਮ ਚੱਲੀ ਹੋਈ ਹੈ, ਪਰ ਉਹ 9 ਗਜ਼ ਦੇ ਹੱਥ ਉਹਦੇ ਉੱਥੇ ਹੀ ਹੋਣਗੇ ਜਿੱਥੇ ਉਹਨੇ ਗਰੀਬ ਨੂੰ ਜਾਂ ਵਿਕਟਮ ਨੂੰ, ਮਜ਼ਲੂਮ ਨੂੰ ਕਾਨੂੰਨ ਦੀ ਜੱਦ ਦੇ ਵਿੱਚ ਲੈ ਕੇ ਆਉਣਾ।
ਜਿੱਥੇ ਪਾਵਰਫੁੱਲ ਹੈ, ਸਟੇਟ ਦੇ ਬੰਦੇ ਨੇ, ਬਹੁ ਗਿਣਤੀ ਦੇ ਬੰਦੇ ਨੇ, ਉੱਥੇ ਜਿਹੜੇ ਕਾਨੂੰਨ ਦੇ ਹੱਥ ਹੈ ਉਹ 9 ਗਜ ਨਹੀਂ, ਉਹ ਇੱਕ ਟੁੰਡ ਬਣ ਜਾਂਦਾ। ਉੱਥੇ ਕੁਛ ਨਹੀਂ ਹੁੰਦਾ ਉਹਨਾਂ ਨੂੰ। ਇਹ ਪਿਛਲੇ ਸਾਰੇ ਪੀੜ ਤੋਂ ਆਪਾਂ ਦੇਖ ਰਹੇ ਹਾਂ, ਐਡੇ ਐਡੇ ਜ਼ੁਲਮ ਕਰਕੇ ਵੀ, ਜਿਹੜੇ ਐਡੇ ਹਥਿਆਰੇ ਆ ਜਿਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨਾਂ ਨੂੰ ਮਾਰਿਆ, ਉਹਨਾਂ ਨੂੰ ਕਿਸੇ ਨੂੰ ਕੋਈ ਤੱਤੀ ਵਾਹ ਨਹੀਂ ਲੱਗੀ, ਸਗੋਂ ਬਹੁਤ ਉਹਨਾਂ ਨੂੰ ਇਨਾਮ ਮਿਲੇ, ਸਨਮਾਨ ਮਿਲੇ ਆ, ਤਰੱਕੀਆਂ ਮਿਲੀਆਂ, ਅਹੁਦੇ ਮਿਲੇ। ਸੋ ਇਹ ਸਾਰੀਆਂ ਗੱਲਾਂ ਦੇਖ ਕੇ ਅਜੇ ਵੀ ਕਹੋ ਕਿ ਇੱਥੇ ਜਿਹੜਾ ਹਿੰਦੁਸਤਾਨ ਦਾ ਕਾਨੂੰਨ ਹੈ ਇਹ ਇਨਸਾਫ ਦੇ ਦੂ ਤੇ ਸਾਨੂੰ ਉਹ ਕਾਨੂੰਨ ਤੋਂ ਸਾਡਾ ਵਿਸ਼ਵਾਸ ਨਹੀਂ ਟੁੱਟਣਾ ਚਾਹੀਦਾ, ਇਹ ਤਾਂ ਬਹੁਤ ਹੀ ਜਾਂ ਤਾਂ ਹਾਲਾਤ ਪ੍ਰਤੀ ਅੰਨੇ ਹੋਣਾ ਜਾਂ ਬਿਲਕੁਲ ਹੀ ਇਨਸੈਂਸਿਟਿਵ ਹੋ ਜਾਣਾ ਕਿ ਸਾਨੂੰ ਕੀ ਸਿੱਖਾਂ ਨਾਲ ਹੀ ਹੁੰਦਾ। ਸੋ ਇਹ ਕੋਈ ਇਨਸਾਨੀਅਤ ਨਹੀਂ। ਸੋ ਇਹ ਇੱਕ ਸੈਕਸ਼ਨ ਦੀ ਇਨਸਾਨੀਅਤ ਮਰ ਚੁੱਕੀ ਹੈ, ਜਿਹਦੇ ਕਰਕੇ ਇਹ ਇਹਨਾਂ ਨੂੰ ਹੌਸਲਾ ਮਿਲ ਰਿਹਾ ਤੇ ਇਹ ਘਟਨਾਵਾਂ ਵਾਪਰ ਰਹੀਆਂ ਨੇ। ਸੋ ਇਸ ਕਰਕੇ ਜਿਹੜਾ ਇਹ ਕਹਿਣਾ ਕਿ ਕਾਨੂੰਨ ਨੂੰ ਆਪਦੇ ਹੱਥ 'ਚ ਨਹੀਂ ਲੈਣਾ ਚਾਹੀਦਾ, ਤੁਸੀਂ ਸਾਰਾ ਇਤਿਹਾਸ ਦੇਖ ਲਓ, ਸਾਰਾ ਇਤਿਹਾਸ, ਕਿ ਜਦੋਂ ਇਨਸਾਫ ਨਹੀਂ ਮਿਲਦਾ, ਜਦੋਂ ਮੌਕੇ ਦਾ ਕਾਨੂੰਨ ਪੱਖਪਾਤੀ ਇੰਨਾ ਹੋ ਜਾਵੇ ਕਿ ਉਹ ਨਾ ਇਨਸਾਫ ਦੇਵੇ, ਤਾਂ ਉਦੋਂ ਫਿਰ ਹਮੇਸ਼ਾ ਹੀ ਕਾਨੂੰਨ ਨੂੰ ਆਪਦੇ ਹੱਥ 'ਚ ਲਿਆ। ਇਤਿਹਾਸ ਦੇ ਵਿੱਚ ਸਾਰੇ 'ਚ ਹੀ ਇਸ ਤਰ੍ਹਾਂ ਹੋਇਆ। ਈਵਨ ਜਦੋਂ ਦਾ ਮਾਡਰਨ ਕਾਨੂੰਨ ਵੀ ਆਇਆ, ਅੰਗਰੇਜ਼ ਆਏ ਨੇ, ਜਿਹਦੇ 'ਚ ਇਹਨਾਂ ਨੇ ਬੜਾ ਕਾਨੂੰਨ ਦਾ ਅਤੇ ਸਿਵਲਾਈਜੇਸ਼ਨ ਦਾ ਅਤੇ ਇਨਸਾਫ ਦਾ ਆਪਦੇ ਆਪ ਨੂੰ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹਦੇ 'ਚ ਵੀ ਤੁਸੀਂ ਦੇਖ ਲਓ, ਮਤਲਬ ਹੁਣ ਜਲਿਆਂਵਾਲਾ ਬਾਗ ਸੀਗਾ, ਉਹ 'ਚ ਇਨਕੁਆਰੀ ਹੋਈ, ਹੁਣ ਡਾਇਰ ਨੂੰ ਸਾਫ਼ ਬਰੀ ਕਰਤਾ, ਅਤੇ ਫਿਰ ਚਾਰਾ ਕੀ ਰਹਿ ਗਿਆ ਸੀ ਕਿਸੇ ਕੋਲ। ਸੋ ਉਹਨੂੰ ਊਧਮ ਸਿੰਘ ਨੇ ਜਾ ਕੇ ਕਾਨੂੰਨ ਨੂੰ ਹੱਥ 'ਚ ਲਿਆ ਅਤੇ ਆਪਦਾ ਇਨਸਾਫ ਆਪਦੇ ਹਿਸਾਬ ਨਾਲ ਕਰਤਾ ਉਹਨੇ। ਉਦੋਂ ਪਹਿਲਾਂ ਮਦਨ ਲਾਲ ਢੀਂਗਰਾ ਸੀਗਾ, ਉਹਨੇ ਵੀ ਉਸ ਤਰ੍ਹਾਂ ਹੀ ਉੱਥੇ ਇੰਗਲੈਂਡ ਦੇ ਵਿੱਚ ਬਿੱਲੀ ਨੂੰ ਗੋਲੀ ਮਾਰੀ, ਇੱਕ ਜਨਰਲ ਜਿਹੜਾ ਸੀਗਾ ਸਰ ਵਿਲੀਅਮ ਬਿੱਲੀ। ਉਦੋਂ ਫਿਰ ਸਾਰੀ ਕਾਂਗਰਸ ਚੀਕ ਕੇ ਕਹੀ ਸੀ ਵੀ ਇਹਨੇ ਬੰਦੇ ਨੇ ਬਹੁਤ ਘਟੀਆ ਕੰਮ ਕੀਤਾ, ਇਹਨੂੰ ਭਾਰਤੀ ਕਹਿਣ 'ਤੇ ਸਾਨੂੰ ਸ਼ਰਮ ਆਉਂਦੀ ਹੈ। ਇਹ ਬਿਲਕੁਲ ਅੱਜ ਜਿਵੇਂ ਇੱਥੇ ਦੂਜੇ ਬੰਦੇ ਬੋਲ ਰਹੇ ਨੇ ਨਾ, ਉਹੀ ਬੋਲੀ ਉਦੋਂ ਉਹਨਾਂ ਨੇ ਬੋਲੀ ਸੀ। ਸੋ ਹੁਣ ਜੇ ਕਾਨੂੰਨ ਦੀ ਗੱਲ ਕਰੀਏ ਆਪਾਂ, ਤਾਂ ਜਿਹੜੇ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਹੈ ਸ਼ਹੀਦ, ਉਹ ਜੇ ਕਾਨੂੰਨ ਨੂੰ ਹੱਥ 'ਚ ਨਾ ਲੈਂਦੇ, ਇੰਦਰਾ ਗਾਂਧੀ ਨੂੰ ਤੁਸੀਂ ਸੋਚ ਸਕਦੇ ਹੋ ਵੀ ਕਿਤੇ ਉਹਨੂੰ ਕੋਈ ਸਜ਼ਾ ਹੋਣੀ ਸੀ, ਐਡਾ ਵੱਡਾ ਕੁਕਰਮ ਕਰਕੇ ਵੀ। ਜਨਰਲ ਵੈਦਿਆ ਨੂੰ ਕੋਈ ਸਜ਼ਾ ਹੋ ਸਕਦੀ ਸੀ, ਜਾਂ ਹੋਰ ਕਿੰਨੇ ਜਾਬਰ ਨੇ ਜਿਹੜੇ ਸੋਧਣੇ ਪਏ। ਸੋ ਸਿੱਖਾਂ ਦੇ ਵਿੱਚ ਇਹ ਇੱਕ ਰਵਾਇਤ ਹੈ, ਇੱਕ ਵਿਰਸਾ ਸਿੱਖਾਂ ਦਾ ਕਿ ਪਾਪੀ ਕੋ ਦੰਡ ਦਿਓ। ਇਹ ਕਾਨੂੰਨ ਨੂੰ ਹੱਥ 'ਚ ਨਹੀਂ ਲਿਆ, ਇਹ ਸਿੱਖਾਂ ਨੇ ਆਪਦੇ ਉਸ ਵਿਰਸੇ ਦੀ ਲਾਜ ਰੱਖੀ ਹੈ ਕਿ ਪਾਪੀ ਕੋ ਦੰਡ ਦਿਓ। ਸਿੱਖ ਬਹੁਤ ਘੱਟ ਗਿਣਤੀ 'ਚ ਨੇ, ਹਮੇਸ਼ਾ ਹੀ ਘੱਟ ਗਿਣਤੀ 'ਚ ਰਹੇ ਨੇ, 18ਵੀਂ ਸਦੀ 'ਚ ਵੀ ਘੱਟ ਗਿਣਤੀ ਸੀਗੇ। ਇਸ ਗੱਲ ਦਾ ਸਿੱਖਾਂ ਨੇ ਕਦੇ ਦਬਾਅ ਨਹੀਂ ਮੰਨਿਆ ਅਤੇ ਨਾ ਮੰਨਣਗੇ। ਆਖਰੀ ਸਿੱਖ ਜਦੋਂ ਇੱਕ ਵੀ ਰਹਿ ਜਾਊਗਾ, ਉਹ ਵੀ ਇਸੇ ਤਰ੍ਹਾਂ ਹੀ ਲੜੂਗਾ, ਉਹ ਵੀ ਆਪਦੇ ਵਿਰਸੇ ਤੋਂ ਇਸ ਤਰ੍ਹਾਂ ਹੀ ਪ੍ਰੇਰਨਾ ਲਊਗਾ। ਸੋ ਇਹ ਡਰਾਵੇ ਦੇਣੇ ਕਿ ਤੁਸੀਂ ਘੱਟ ਗਿਣਤੀ 'ਚੋਂ, ਇਹ ਸਿੱਖਾਂ 'ਤੇ ਕਾਰਗਰ ਨਾ ਹੋਏ ਤੇ ਨਾ ਹੋਣਗੇ। 1.25 ਲੱਖ ਸੇ ਏਕ ਲੜਾਉਣ ਦੀ ਸਪਿਰਿਟ ਜੋ ਦਸ਼ਮੇਸ਼ ਪਿਤਾ ਭਰ ਗਏ, ਉਹ ਜਿੰਨਾ ਚਿਰ ਸਿੱਖ ਰਹੂਗਾ, ਕੋਈ ਆਖਰੀ ਸਿੱਖ ਵੀ, ਉਹਨਾਂ ਚਿਰ ਉਹ ਆਪਦੇ ਇਸ ਵਿਰਸੇ ਦੀ ਪਾਲਣਾ ਕਰਦਾ ਰਹੂਗਾ। ਦੂਜੀ ਗੱਲ ਵਾਰ-ਵਾਰ ਜਿਹੜੀ ਹਰਿੰਦਰ ਸਿੰਘ ਮਹਿਬੂਬ ਨੇ ਕਹੀ ਸੀ, ਜਿਹੜੀ ਸਿੱਖਾਂ ਨੂੰ ਸਮਝ ਲੈਣੀ ਚਾਹੀਦੀ ਹੈ, ਉਹਨੇ ਕਿਹਾ ਸੀ ਸਿਦਕ ਦੇ ਰਾਹ ਆਬਾਦ ਰਹਿਣੇ ਚਾਹੀਦੇ ਆ। ਜੇ ਸਿਦਕ ਦੇ ਰਾਹ ਆਬਾਦ ਹੈ ਤਾਂ ਜਿਹੜੀ ਮਿੱਟੀ ਦੇ ਕਣਾਂ ਵਿੱਚੋਂ ਵੀ ਖਾਲਸਾ ਮੁੜ ਕੇ ਪ੍ਰਗਟ ਹੋ ਜੂ, ਜੇ ਸਾਰਾ ਖਾਲਸਾ ਵੀ ਖਤਮ ਕਰ ਦੇਣ। ਸੋ ਇਹ ਵਿਸ਼ਵਾਸ ਅਤੇ ਇਹ ਸਿਦਕ ਮਨਾਂ 'ਚ ਰੱਖ ਕੇ ਸਾਨੂੰ ਇਹ ਜਿਹੜਾ ਚੱਲ ਰਿਹਾ ਵਰਤਾਰਾ ਸਾਰਾ, ਉਹਦੇ 'ਚ ਉਹਦਾ ਮੁਕਾਬਲਾ ਕਰਨਾ ਚਾਹੀਦਾ। ਕਿਤੇ ਵੀ ਨਾ ਤਾਂ ਭੜਕਾਹਟ 'ਚ ਆਉਣ ਦੀ ਲੋੜ ਹੈ ਅਤੇ ਨਾ ਕਿਤੇ ਡਰਨ ਦੀ ਲੋੜ ਹੈ। ਇੱਕ ਆਪਦਾ ਮਾਨਸਿਕ ਸੰਤੁਲਨ ਕਾਇਮ ਰੱਖ ਕੇ ਅਤੇ ਆਪਣੇ ਗੁਰੂ ਤੋਂ ਪ੍ਰੇਰਨਾ ਲੈ ਕੇ, ਗੁਰੂ ਤੋਂ ਸ਼ਕਤੀ ਅਤੇ ਓਟ ਆਸਰਾ ਲੈ ਕੇ, ਅਤੇ ਆਪਣੇ ਵਿਰਸੇ ਤੋਂ ਇੱਕ ਸੇਧ ਲੈ ਕੇ, ਅਤੇ ਸਿੱਖਾਂ ਨੂੰ ਹੁਣ ਇੱਕ ਹੋਰ ਤਿਆਰ ਰਹਿਣਾ ਚਾਹੀਦਾ ਹੈ ਕਿ ਜਿਵੇਂ 70ਵਿਆਂ 'ਚ ਵਾਪਰਿਆ ਸੀਗਾ, ਉਸੇ ਤਰ੍ਹਾਂ ਵੱਡੀਆਂ ਯੋਜਨਾਵਾਂ ਫਿਰ ਵਾਪਰ ਰਹੀਆਂ ਅਤੇ ਉਹ ਇਤਿਹਾਸ ਇੱਕ ਵੱਖਰੀ ਤਰ੍ਹਾਂ ਫਿਰ ਰਿਪੀਟ ਕਰ ਰਿਹਾ। ਪਰ ਸਿੱਖਾਂ ਨੇ ਹੁਣ ਉਸ ਤਰ੍ਹਾਂ ਨਹੀਂ, ਇਨ ਬਿਨ ਉਸ ਤਰ੍ਹਾਂ ਕੋਈ ਰਿਐਕਸ਼ਨ ਨਹੀਂ ਹੁੰਦਾ। ਹੁਣ ਇੱਕ ਨਵੀਂ ਸਿਚੁਏਸ਼ਨ ਸਿੱਖਾਂ ਨੇ ਕਿਵੇਂ ਰਿਐਕਟ ਕਰਨਾ ਹੈ, ਇਸ ਦਾ ਜਵਾਬ ਕਿਵੇਂ ਦੇਣਾ, ਇਹ ਜਿਹੜੇ ਸਿੱਖ ਦਾਨਸ਼ਵਰ ਨੂੰ ਜੁੜ ਕੇ ਬੈਠਣ ਕਿ ਸੰਕਟ 'ਚ ਫਸੀ ਕੌਮ ਨੂੰ ਕੋਈ ਨਾ ਕੋਈ ਸੇਧ ਸੁਝਾਉਣ। ਜੇ ਕੋਈ ਦਾਨਸ਼ਵਰ ਜਿਉਂਦਾ ਹੈ
ਜੇ ਸਿੱਖ ਵਿਦਵਾਨਾਂ ਦੀਆਂ ਜ਼ਮੀਰਾਂ ਜਾਗਦੀਆਂ ਹਨ, ਉਹ ਕੋਈ ਨਾ ਕੋਈ ਉਪਰਾਲਾ ਕਰਨ। ਸੋ ਇੰਨੀਆਂ ਕੁ ਵਿਚਾਰਾਂ ਤੁਹਾਡੇ ਨਾਲ ਕਰਨੀਆਂ ਸੀ, ਬਾਕੀ ਫਿਰ ਹੁੰਦੀਆਂ ਹੀ ਰਹਿਣੀਆਂ, ਮਸਲੇ ਆਉਂਦੇ ਹੀ ਰਹਿਣੇ ਨੇ। ਸੋ ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।